ਸੁਖਬੀਰ ਬਾਦਲ ਅੱਜ SIT ਅੱਗੇ ਹੋਣਗੇ ਪੇਸ਼। ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਹੋਵੇਗੀ ਪੁੱਛਗਿੱਛ। ਸੈਕਟਰ 32 ਦੇ ਵਿੱਚ ਸਵੇਰੇ 11 ਵਜੇ ਸੁਖਬੀਰ ਨੂੰ ਪੇਸ਼ ਹੋਣ ਦੇ ਲਈ ਬੁਲਾਇਆ। ਪੰਜਾਬ ਦੀ ਸਿਆਸਤ 'ਚ ਵੀ ਆਪਰੇਸ਼ਨ ਲੋਟਸ ਦੀ ਐਂਟਰੀ। ਆਪ ਦਾ ਬੀਜੇਪੀ ਤੇ ਸਨਸਨੀਖੇਜ਼ ਇਲਜ਼ਾਮ। ਕਿਹਾ ਵਿਧਾਇਕਾਂ ਨੂੰ ਮਿਲ ਰਹੇ ਨੇ 25-25 ਕਰੋੜ ਦੇ ਆਫਰ। ਸਰਕਾਰ ਡੇਗਣ ਦੀ ਹੋ ਰਹੀ ਹੈ ਸਾਜ਼ਿਸ਼। ਆਮ ਆਦਮੀ ਪਾਰਟੀ ਦੇ ਆਪਰੇਸ਼ਨ ਲੋਟਸ ਵਾਲੇ ਇਲਜ਼ਾਮਾਂ ਤੇ ਬੀਜੇਪੀ ਦਾ ਪਲਟਵਾਰ। ਕਿਹਾ ਨਾਕਾਮੀਆਂ ਤੋਂ ਧਿਆਨ ਭਟਕਾਉਣ ਦੀ ਹੋ ਰਹੀ ਹੈ ਕੋਸ਼ਿਸ਼। ਨਿਰੇ ਇਲਜ਼ਾਮਾਂ ਦੀ ਥਾਂ ਦੱਸੇ ਜਾਣ ਨਾਮ। ਆਮ ਆਦਮੀ ਪਾਰਟੀ ਦਾ ਦਾਅਵਾ ਵਕਤ ਆਉਣ ਤੇ ਜਨਤਕ ਕਰਾਂਗੇ ਸਬੂਤ। ਸੀਐਮ ਦੀ ਗੈਰ ਹਾਜ਼ਰੀ ਵਿਚਾਲੇ ਐਕਟਿਵ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਰਹੱਦੀ ਜ਼ਿਲ੍ਹਿਆਂ ਦਾ ਕੀਤਾ ਦੌਰਾ। ਡਰੱਗ ਤੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਰਕਾਰ ਤੇ ਚੁੱਕ ਰਹੇ ਨੇ ਸਵਾਲ। ਪੰਚਾਂ ਸਰਪੰਚਾਂ ਨਾਲ ਜ਼ਮੀਨੀ ਪੱਧਰ ਤੇ ਵੀ ਬਣਾਇਆ ਰਾਬਤਾ। ਪੰਜਾਬ ਦੇ ਵਿੱਚ ਇੱਕ ਵਾਰ ਫਿਰ ਵੱਡੀ ਗੈਂਗਵਾਰ ਦੀ ਆਹਟ। ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਗੋਲਡੀ ਬਰਾੜ ਨੂੰ ਪੰਜਾਬ ਆਉਣ ਦਾ ਦਿੱਤਾ ਚੈਲੰਜ। ਕਿਹਾ ਬਾਹਰ ਬੈਠ ਕੇ ਨਾ ਦੇਵੇ ਧਮਕੀਆਂ। ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਦੁਹਰਾਈ ਗੱਲ। ਪੰਜਾਬ 'ਚ ਵੀ ਲੱਗੇਗਾ BMW ਦੇ ਪਾਰਟਸ ਦਾ ਪ੍ਰੋਜੈਕਟ। ਸੀਐਮ ਮਾਨ ਨੇ ਜਰਮਨੀ ਦੇ ਵਿੱਚ BMW ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ। ਕਿਹਾ ਪੰਜਾਬ 'ਚ ਪ੍ਰੋਜੈਕਟ ਲਿਆਉਣ ਬਾਰੇ BMW ਨੇ ਭਰੀ ਹਾਮੀ। ਖੇਡ ਮੰਤਰੀ ਮੀਤ ਹੇਅਰ ਨੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫਾ ਸਕੀਮ ਕੀਤੀ ਸ਼ੁਰੂ। ਨੈਸ਼ਨਲ ਪੱਧਰ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਮਿਲੇਗਾ ਵਜ਼ੀਫਾ। ਖਿਡਾਰੀਆਂ ਲਈ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਦੇ ਨਾਲ-ਨਾਲ ਡਾਇਟ ਰਾਸ਼ੀ 'ਚ ਵੀ ਕੀਤਾ ਵਾਅਦਾ। सत श्री अकाल, मैं अर्शदीप संधू न्यूज़ 18 पंजाब देख रहे दर्शकों का स्वागत है। शुरुआत करते हैं वड्डी खबर दे नाल। आम आदमी पार्टी ने बीजेपी ते सनसनीखेज इल्जाम लगाए ने। आम आदमी पार्टी का इल्जाम है कि बीजेपी पैसे अते केंद्रीय एजेंसियां दे जरिए पंजाब सरकार नूं डेगन दी कोशिश कर रही है, पर बीजेपी पुछ रही है कि पैसे देण दी ऑफर करन वालियां दे नाम जनतक कीते जाण, खाली इल्जाम तराशी ना होवे। ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਦੌਰੇ ਤੇ ਨੇ ਤੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦੇ ਅੰਦਰ ਪੰਜਾਬ ਅੰਦਰ ਸਰਕਾਰ ਡੇਗਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸਰਕਾਰ ਡੇਗਣ ਦੀ ਸਾਜ਼ਿਸ਼ ਦਾ ਇਲਜ਼ਾਮ ਆਮ ਆਦਮੀ ਪਾਰਟੀ ਨੇ ਬੀਜੇਪੀ ਤੇ ਲਾਇਆ ਹੈ। ਆਪ ਦਾ ਇਲਜ਼ਾਮ ਹੈ ਕਿ ਬੀਜੇਪੀ ਸੀਰੀਅਲ ਕਿਲਰ ਦੀ ਤਰ੍ਹਾਂ ਸੂਬਿਆਂ ਦੇ ਵਿੱਚ ਚੁਣੀਆਂ ਸਰਕਾਰਾਂ ਨੂੰ ਡੇਗ ਕੇ ਲੋਕਤੰਤਰ ਦਾ ਕਤਲ ਕਰ ਰਹੀ ਹੈ। ਆਪਰੇਸ਼ਨ ਲੋਟਸ ਦੇ ਜ਼ਰੀਏ ਪੰਜਾਬ ਦੇ ਵਿੱਚ ਸਰਕਾਰ ਡੇਗਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, जबकि बीजेपी का दावा है कि केजरीवाल ते भगवंत मान की टसल करके आम आदमी पार्टी अंदर वंड पै गई है और पार्टी टुटन का ठीकरा आप बीजेपी के सिर ते भनना चाहती है। बीजेपी ऑपरेशन लोटस के तहत लोकतंत्र का कतल सूबे च कर रही है, पर लेकिन ये आम आदमी पार्टी आ जिहदे MLA चट्टान वांग दृढ़ इरादे दे नाल आम आदमी पार्टी ਦੇ ਮੈਂਬਰ ਨੇਗੇ। ਕੇਜਰੀਵਾਲ ਔਰ ਭਗਵੰਤ ਮਾਨ ਦੀ ਜਿਹੜੀ ਲੜਾਈ ਸੀ ਅੰਦਰੂਨੀ ਚੱਲ ਰਹੀ, ਉਹ ਕਿਤੇ ਨਾ ਕਿਤੇ ਸੱਤਾ ਤੇ ਆ ਗਈ ਲੱਗਦੀ ਹੈ ਔਰ ਉਹ ਲੜਾਈ ਹੋਰ ਤੇਜ਼ ਹੋਏਗੀ ਔਰ ਹੋ ਸਕਦਾ ਆਉਣ ਵਾਲੇ ਸਮੇਂ 'ਚ ਇੱਕ ਵੱਡੀ ਬਟਵਾਰਾ ਆਮ ਆਦਮੀ ਪਾਰਟੀ 'ਚ ਦੇਖਣ ਨੂੰ ਮਿਲੇ। ਆਪ ਦਾ ਇਲਜ਼ਾਮ ਹੈ ਕਿ ਬੀਜੇਪੀ ਵੱਲੋਂ 7 ਤੋਂ 10 ਵਿਧਾਇਕਾਂ ਨੂੰ ਸਿੱਧੇ ਅਸਿੱਧੇ ਰੂਪ ਦੇ ਵਿੱਚ ਸੰਪਰਕ ਕੀਤਾ ਗਿਆ। ਵਿਧਾਇਕਾਂ ਨੂੰ ਦਿੱਲੀ ਵਿੱਚ ਬੈਠੇ ਵੱਡੇ ਬਾਬੂ ਦੇ ਨਾਲ ਮਿਲਵਾਉਣ ਦੀ ਗੱਲ ਕਹੀ ਗਈ। ਇੱਕ ਵਿਧਾਇਕ ਨੂੰ 25-25 ਕਰੋੜ ਦੇ ਆਫਰ ਦਿੱਤੇ ਗਏ, ਜਦਕਿ ਬੀਜੇਪੀ ਆਪ ਦੇ ਵਿਧਾਇਕਾਂ ਦੀ ਕੀਮਤ ਜ਼ੀਰੋ ਦੱਸ ਰਹੀ ਹੈ। ਵੱਡੇ ਬਾਊ ਜੀ ਨਾਲ ਕਰਵਾਉਨੇ ਆ। ਆਓ ਤੁਹਾਨੂੰ ਦਿੱਲੀ ਦੇ ਵਿੱਚ ਬੀਜੇਪੀ ਦੇ ਵੱਡੇ ਨੇਤਾਵਾਂ ਦੇ ਨਾਲ ਤੁਹਾਡੀ ਮੀਟਿੰਗ ਕਰਵਾਉਣੀ ਆ ਔਰ ਤੁਹਾਨੂੰ 25-25 ਕਰੋੜ ਰੁਪਇਆ ਦੇਵਾਂਗੇ। 25 ਕਰੋੜ ਰੁਪਇਆ ਹਰੇਕ MLA ਨੂੰ ਦੇਣ ਦਾ ਯਤਨ, ਖਰੀਦਣ ਦਾ ਯਤਨ बीजेपी लगातार कर रही है पंजाब में। आपके MLA को कोई 25 रुपए ना दे, आप 25 करोड़ की बात कर रहे हो। क्यों खरीदेंगे हम आपके MLA भाई? आप ऐसी हरकतों से बाज आइए। ਹਰਪਾਲ ਚੀਮਾ ਨੇ ਪੂਰਾ ਪਲਾਨ ਸਮਝਾਉਂਦਿਆਂ ਦੱਸਿਆ ਕਿ ਬੀਜੇਪੀ ਆਪ ਦੇ 35 ਵਿਧਾਇਕ ਅਤੇ 20 ਵਿਧਾਇਕ ਦੂਜੀਆਂ ਪਾਰਟੀਆਂ ਦੇ ਤੋੜਨਾ ਚਾਹੁੰਦੀ ਹੈ। ਕੁੱਲ 55 ਵਿਧਾਇਕ ਤੋੜਨ ਦੇ ਲਈ 1375 ਕਰੋੜ ਰੁਪਏ ਰੱਖੇ ਗਏ ਨੇ, ਪਰ ਆਪ ਦੇ ਇਹਨਾਂ ਇਲਜ਼ਾਮਾਂ ਤੇ ਬੀਜੇਪੀ ਨੇ ਸਵਾਲ ਕੀਤਾ ਕਿ ਜਦੋਂ ਪੰਜਾਬ ਪੁਲਿਸ ਸਰਕਾਰ ਦੇ ਕੋਲ ਹੈ ਤਾਂ ਫਿਰ ਪੈਸੇ ਆਫਰ ਕਰਨ ਵਾਲੇ ਫੜੇ ਕਿਉਂ ਨਹੀਂ ਗਏ? 1375 ਕਰੋੜ ਫੜ ਕੇ ਪੰਜਾਬ ਦਾ ਕਰਜ਼ ਕਿਉਂ ਨਹੀਂ ਉਤਾਰਿਆ ਜਾ ਰਿਹਾ? ਸਾਰੇ 55 ਵਿਧਾਇਕ, ਕਿਉਂਕਿ 35 ਉਹ ਸਾਡੇ ਤੋੜਨ ਨੂੰ ਫਿਰਦੇ ਨੇਗੇ। ਜੇਕਰ 55 ਵਿਧਾਇਕਾਂ ਦੀ ਕੀਮਤ ਦੇਖ ਲਈਏ ਜਿਹੜੀ ਕਿ ਬੀਜੇਪੀ ਚ ਕਰ ਰਹੀ ਆ, ਉਹ ਲਗਭਗ 1375 ਕਰੋੜ ਰੁਪਇਆ ਬੀਜੇਪੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਦੇ ਵਿੱਚ ਲਾ ਰਹੀ ਆ। ਜਿਹੜੇ ਬੰਦੇ ਆਫਰ ਲੈ ਕੇ ਆਏ ਨੇ ਕਹਿ ਰਹੇ 1375 ਕਰੋੜ ਰੁਪਇਆ ਪਿਆ ਹੈ ਜੀ, ਉਹ 1375 ਕਰੋੜ ਦਾ ਤੁਹਾਨੂੰ ਤੇ ਪਤਾ ਕਿੱਥੇ ਪਿਆ?
ਪੁਲਿਸ ਤੁਹਾਡੀ ਆ, ਜਾ ਕੇ ਉਹ 1375 ਕਰੋੜ ਕਿਉਂ ਨਹੀਂ ਚੁੱਕ ਕੇ ਲੈ ਕੇ ਆਉਂਦੇ? ਪੰਜਾਬ ਦਾ ਕਰਜ਼ਾ ਉਤਾਰੋ 1375 ਕਰੋੜ ਦੇ ਨਾਲ। ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਵਿੱਚ ਕਿੰਨਾ ਦਮ ਹੈ, ਇਸ ਦਾ ਪਤਾ ਉਦੋਂ ਹੀ ਲੱਗੇਗਾ ਜਦੋਂ ਪੈਸੇ ਆਫਰ ਕਰਨ ਵਾਲਿਆਂ ਦੇ ਨਾਮ ਜਨਤਕ ਹੋਣਗੇ ਜਾਂ ਫਿਰ ਪੈਸੇ ਆਫਰ ਕਰਨ ਵਾਲੇ ਫੜੇ ਜਾਣਗੇ। ਬਿਊਰੋ ਰਿਪੋਰਟ, ਨਿਊਜ਼ 18। ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਪੈਸੇ ਦੇ ਨਾਲ-ਨਾਲ ਕੇਂਦਰੀ ਏਜੰਸੀਆਂ ਦਾ ਡਰ ਵਿਖਾ ਕੇ ਵੀ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਬੀਜੇਪੀ ਦਾ ਇਲਜ਼ਾਮ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇੰਨੇ ਗਲਤ ਕੰਮ ਕੀਤੇ ਨੇ ਕਿ ਉਹਨਾਂ ਨੂੰ ਆਪਣੇ ਅੰਦਰਲਾ ਡਰ ਸਤਾ ਰਿਹਾ ਹੈ। ਸੀਬੀਆਈ ਦਾ ਡਰ ਫੈਲਾਇਆ ਜਾ ਰਿਹਾ, ਈਡੀ ਦਾ ਡਰ ਫੈਲਾਇਆ ਜਾ ਰਿਹਾ ਕਿ ਜੇਕਰ ਜਾਂ ਤਾਂ ਪੈਸਿਆਂ 'ਚ ਮੰਨ ਜਾਓ, ਜੇ ਨਹੀਂ ਮੰਨੋਗੇ ਤਾਂ ਫੜ ਕੇ जेल भेज देंगे। देखो, भारतीय जनता पार्टी के पास 2 MLA है, इनके पास है 92 और 2 का और 92 का कैसे सिस्टम बताओ हो सकता है? बिना वजह एलिगेशन लगा के ये अपनी सहानुभूति लोगों से लेना चाहते हैं। इन्हें डर है ये सरकार अपने आप गिरेगी इनकी, जिस हिसाब से ये चल रहे हैं। उधर आम आदमी पार्टी के इल्जामां ते बीजेपी ने चुनौती दी है कि जिन्ना लोगों ने पैसे ऑफर किए ने उन्हां दे नाम जनतक क्यों नहीं किए गए, पर आम आदमी पार्टी सही समय ते नाम जनतक करने का दावा कर रही है। एट दिस स्टेज डिस्कलोज नहीं कर सकते। आने वाले समय दे विच असीं साडे विधायक भी अगे आउणगे और तुहाडे कोले रिकॉर्ड आ, सबूत आ, इलैक्ट्रॉनिक रिकॉर्ड आ, ਉਹ ਵੀ ਲੋਕਾਂ ਦੇ ਨਸ਼ਰ ਕਰਾਂਗੇ। ਅਗਰ ਇਹਨਾਂ ਦੇ ਕੋਲ ਕੋਈ 25 ਕਰੋੜ 50 ਕਰੋੜ ਦੇ ਆਫਰ ਲੈ ਕੇ ਆਏ, ਉਹਨੂੰ ਅਰੈਸਟ ਕਿਉਂ ਨਹੀਂ ਕਰਦੇ? ਉਹਨੂੰ ਜੇਲ੍ਹ 'ਚ ਕਿਉਂ ਨਹੀਂ ਬੰਦ ਕਰਦੇ? ਕਿਆ ਇਹ ਖੁਦ ਬੇਈਮਾਨ ਨੇ? ਇਹ ਖੁਦ ਪੈਸਾ ਲੈਣਾ ਚਾਹੁੰਦੇ ਨੇ, ਤਾਂ ਕਰਕੇ ਉਹਨੂੰ ਬਚਾ ਰਹੇ ਨੇ। ਰਾਜਪਾਲ ਦਾ ਸਰਹੱਦੀ ਦੌਰਾ ਕਈ ਮੁੱਦਿਆਂ ਤੇ ਕੇਂਦਰਿਤ ਹੈ। ਸੀਐਮ ਭਗਵੰਤ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਕਰ ਰਹੇ ਨੇ, ਜਿਸ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਣ ਲੱਗੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਦੌਰੇ ਤੇ ਨੇ। ਅਜਿਹੇ 'ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਐਕਟਿਵ ਹੋ ਗਏ ਨੇ। ਰਾਜਪਾਲ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਰਹੇ ਨੇ, ਪਰ ਇਹ ਦੌਰਾ ਸਵਾਲਾਂ ਦੇ ਘੇਰੇ 'ਚ ਆ ਗਿਆ। ਆਪ ਇਲਜ਼ਾਮ ਲਾ ਰਹੀ ਹੈ ਕਿ ਭਾਜਪਾ ਰਾਜਪਾਲ ਰਾਹੀਂ ਪੰਜਾਬ 'ਚ ਸ਼ਾਸਨ ਕਰਨਾ ਚਾਹੁੰਦੀ ਹੈ ਅਤੇ ਰਾਜਪਾਲ ਆਪਣੀ ਇੱਕ ਵੱਖਰੀ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਰਾਜਪਾਲ ਨੇ ਆਪਣੇ ਸੰਵਿਧਾਨਕ ਅਹੁਦੇ ਦਾ ਹਵਾਲਾ ਦਿੱਤਾ ਹੈ ਅਤੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। राष्ट्र की सुरक्षा की बात करना राजनीति होती क्या? और ये गवर्नर तो राजनीति के ऊपर है। पंजाब में पे किया, पंजाब में हमेशा पे और किया। ऐसा बोलता नहीं, यदि बोलते तो सब एमएलए वगैरह सब साथ में आते। सर, पंजाब में प्री इंडिपेंडेंस पोस्ट कोई इंडिपेंडेंस तो पे भी किया। लूज टॉक और नहीं कर रहा। ਰਾਜਪਾਲ ਆਪਣੇ ਨਾਲ ਡੀਜੀਪੀ ਗੌਰਵ ਯਾਦਵ ਅਤੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੂੰ ਨਾਲ ਲੈ ਕੇ ਪਹੁੰਚੇ ਤੇ ਸਰਕਾਰ ਤੇ ਵਰਦਿਆਂ ਰਾਜਪਾਲ ਨੇ ਵੱਡੇ ਮੁੱਦਿਆਂ ਤੇ ਖੁਦ ਨਜ਼ਰਸਾਨੀ ਦੀ ਗੱਲ ਆਖੀ। ਮੁੱਦਾ ਨਸ਼ੇ ਦਾ ਹੋਵੇ ਜਾਂ ਫਿਰ ਗੈਰ ਕਾਨੂੰਨੀ ਮਾਈਨਿੰਗ ਦਾ। ਰਾਜਪਾਲ ਨੇ ਦਾਅਵਾ ਕੀਤਾ ਹੈ ਕਿ ਉਹ ਖੁਦ ਇਹ ਸਭ ਬੰਦ ਕਰਵਾਉਣਗੇ। रोकना पड़ेगा उसको एट एनी कॉस्ट रुकेगी वो। बिल्कुल राष्ट्र की सुरक्षा का जहाँ तक सवाल है, एब्सोल्युटली नो कॉम्प्रोमाइज। एज ए गवर्नर आई एम ए वॉच डॉग और मैं होने दूंगा नहीं। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਜਿਹੇ ਸਮੇਂ ਪੰਜਾਬ ਦੌਰੇ ਤੇ ਨਿਕਲੇ ਨੇ ਜਦੋਂ ਸੀਐਮ ਮਾਨ ਪੰਜਾਬ 'ਚੋਂ ਗੈਰ ਹਾਜ਼ਰ ਨੇ। ਅਜਿਹੇ 'ਚ ਇਹ ਦੌਰਾ ਆਪ ਨੂੰ ਇੱਕ ਅੱਖ ਵੀ ਨਹੀਂ ਪਾ ਰਿਹਾ ਤੇ ਉਹ ਇਸ ਨੂੰ ਭਾਜਪਾ ਦੀ ਕੂਟਨੀਤੀ ਦੇ ਤੌਰ ਤੇ ਦੇਖ ਰਹੀ ਹੈ। ਫਿਰੋਜ਼ਪੁਰ ਤੋਂ ਮਨਦੀਪ ਕੁਮਾਰ, ਨਿਊਜ਼ 18 ਪੰਜਾਬ। ਖਿਡਾਰੀਆਂ ਦੇ ਲਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਨੇ। ਖੇਡ ਮੰਤਰੀ ਨੇ 올림픽ੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫਾ ਸਕੀਮ ਸ਼ੁਰੂ ਕੀਤੀ ਹੈ। ਕੌਮੀ ਤਮਗਾ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਮਿਲੇਗਾ। ਸੀਨੀਅਰ ਨੂੰ 8,000, ਜੂਨੀਅਰ ਜੇਤੂ ਨੂੰ ਮਿਲੇਗਾ 6,000 ਰੁਪਏ ਪ੍ਰਤੀ ਮਹੀਨਾ ਤੇ ਖਿਡਾਰੀਆਂ ਦੇ ਲਈ ਸਿਹਤ ਬੀਮਾ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਤਾਂ ਕਈ ਸਾਰੀਆਂ ਸਕੀਮਾਂ ਖਿਡਾਰੀਆਂ ਦੇ ਲਈ ਸ਼ੁਰੂ ਕੀਤੀਆਂ ਗਈਆਂ ਨੇ। ਖੇਡ ਮੰਤਰੀ ਮੀਤ ਹੇਅਰ ਨੇ ਇਸ ਦਾ ਐਲਾਨ ਕੀਤਾ ਹੈ। ਅੱਛੀ ਜਿਹੜੀ ਸਕੀਮ ਹੈ ਜਿਹੜੀ ਲਾਂਚ ਕਰ ਰਹੇ ਹਾਂ, ਜਿਹਦਾ ਨਾਮ ਸੀਐਮ ਸਾਹਿਬ ਨੇ ਰੱਖਿਆ ਕਿ ਬਲਵੀਰ ਸਿੰਘ ਸੀਨੀਅਰ ਵਜ਼ੀਫਾ ਜਿਹੜੀ ਸਕੀਮ। ਜਿਹੜੇ ਵੀ ਐਮੀਨੈਂਟ ਸਪੋਰਟਸ ਪਰਸਨ ਹੈ, ਨੈਸ਼ਨਲ ਚਾਹੇ ਜੂਨੀਅਰ ਚਾਹੇ ਸੀਨੀਅਰ, ਅਸੀਂ ਸਾਰਿਆਂ ਨੂੰ ਹਰ ਮਹੀਨੇ ਸਟਾਈਪਨ ਹੈ ਜਿਹੜਾ ਉਹ ਲਗਾਉਣ ਜਾ ਰਹੇ ਹਾਂ। ਜਿਹੜੇ ਸੀਨੀਅਰ ਦੇ ਮੈਡਲਿਸਟ ਹੈ, ਫਸਟ ਸੈਕਿੰਡ ਥਰਡ ਤਿੰਨੇ ਜਿਹੜੇ 3 ਟੌਪ ਦੇ ਪਲੇਅਰ ਹੋਣਗੇ, ਉਹਨਾਂ ਨੂੰ 8,000 ਰੁਪਇਆ ਹਰ ਮਹੀਨੇ ਸਰਕਾਰ ਜਿਹੜਾ ਉਹ ਦਿਆ ਕਰੂਗੀ 1 ਸਾਲ ਤੱਕ। ਤੇ ਜਿਹੜੇ ਜੂਨੀਅਰ ਦੇ ਨੈਸ਼ਨਲ ਦੇ ਮੈਡਲਿਸਟ ਹੈ,
ਉਹਨਾਂ ਨੂੰ 6000 ਰੁਪਇਆ ਹਰ ਮਹੀਨਾ ਸਰਕਾਰ ਦੇਊਗੀ 1 ਸਾਲ ਲਈ। ਜੇ ਅਗਲੀ ਸਾਲ ਉਹ ਦੁਬਾਰਾ ਮੈਡਲ ਲੈ ਕੇ ਆਉਣਗੇ ਤਾਂ ਕੰਟੀਨਿਊ ਹੋ ਜਾਊਗਾ, ਨਹੀਂ ਜੇ ਮੈਡਲ ਅਗਲੇ ਸਾਲ ਨਹੀਂ ਆਊਗਾ ਤਾਂ ਬੰਦ ਹੋਊਗਾ। ਐਵੇਂ ਹੀ ਅਸੀਂ ਜਿਹੜੀ ਡਾਈਟ ਮਨੀ ਵੀ ਸੀ ਉਹਦੇ ਵਿੱਚ ਵੀ ਅਸੀਂ ਜਿਹੜੀ ਅੱਗੇ 100 ਰੁਪਿਆ ਸੀ ਉਹਨੂੰ 125 ਕੀਤੀ ਆ। ਜਿਹੜੇ ਤੇ ਜਿਹੜੀ ਹੋਸਟਲਰ ਹੈ ਉਹਨਾਂ ਦੀ ਅੱਗੇ 200 ਰੁਪਏ ਸੀ, ਉਹ ਵੀ 225 ਰੁਪਏ ਜਿਹੜੀ ਹੈ ਕੀਤੀ ਹੈ। ਪਰ 12.5 ਕਰੋੜ ਰੁਪਇਆ ਸਾਡਾ ਜਿਹੜੀ ਇਹ ਪਾਲਿਸੀ ਹੈ ਉਹਦਾ ਜਿਹੜੀ ਐਮੀਨੈਂਟ ਸਪੋਰਟਸ ਪਰਸਨ ਲਈ ਹੈ, ਉਹਦਾ ਜਿਹੜਾ ਇਹ ਬਜਟ ਹੈ ਜਿਹੜਾ ਉਹ ਰੱਖਿਆ। ਸੋ ਉਮੀਦ ਇਹੀ ਕਰਦੇ ਆ ਜਿਹਨੂੰ ਲੈ ਕੇ ਚੱਲੇ ਆ ਕਿ ਇਹਦੇ ਨਾਲ ਸਾਡੇ ਖਿਡਾਰੀਆਂ ਨੂੰ ਬਹੁਤ ਲਾਹਾ ਮਿਲੇਗਾ ਤੇ ਆਉਣ ਵਾਲੇ ਸਮੇਂ 'ਚ ਜੋ ਸਾਡੇ ਸਾਰੇ ਪੰਜਾਬੀਆਂ ਦਾ ਸੁਪਨਾ ਹੈ ਕਿ ਦੁਬਾਰਾ ਇੱਥੋਂ ਬਲਵੀਰ ਸਿੰਘ ਸੀਨੀਅਰ ਵਰਗੇ ਖਿਡਾਰੀ ਜਿਹੜੇ ਆ ਉਹ ਪੈਦਾ ਹੋਣਗੇ ਦੁਬਾਰਾ। BMW ਦਾ ਪ੍ਰੋਜੈਕਟ ਪੰਜਾਬ ਦੇ ਵਿੱਚ ਹੁਣ ਲੱਗੇਗਾ। ਸੀਐਮ ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਹੈ। ਸੀਐਮ ਭਗਵੰਤ ਮਾਨ ਜੋ ਇਸ ਵੇਲੇ ਜਰਮਨੀ ਦੌਰੇ ਤੇ ਨੇ, ਉਹਨਾਂ ਨੇ ਕਿਹਾ ਹੈ ਕਿ BMW ਪਾਰਟਸ ਬਣਾਉਣ ਦਾ ਕਾਰਖਾਨਾ ਪੰਜਾਬ ਦੇ ਵਿੱਚ ਲਗਾਵੇਗੀ। ਸੀਐਮ ਭਗਵੰਤ ਮਾਨ ਨੇ BMW ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਇਹ ਬਿਆਨ ਦਿੱਤਾ ਹੈ। ਮੀਟਿੰਗ ਦੌਰਾਨ ਪੰਜਾਬ ਦੇ ਵਿੱਚ ਪ੍ਰੋਜੈਕਟ ਲਾਉਣ ਦੀ ਹਾਮੀ ਭਰੀ ਗਈ ਹੈ BMW ਦੇ ਵੱਲੋਂ। ਇਹ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ। ਭਾਰਤ ਦੇ ਵਿੱਚ ਇਸ ਵੇਲੇ ਸਿਰਫ ਚੇਨਈ ਦੇ ਵਿੱਚ BMW ਦਾ ਕਾਰਖਾਨਾ ਹੈ ਤੇ ਹੁਣ BMW ਦੇ ਪਾਰਟਸ ਬਣਾਉਣ ਦਾ ਕਾਰਖਾਨਾ ਪੰਜਾਬ 'ਚ ਵੀ ਲੱਗੇਗਾ। ਸੀਐਮ ਭਗਵੰਤ ਮਾਨ ਨੇ ਕਿਹਾ ਕਿ BMW ਦੇ ਅਧਿਕਾਰੀਆਂ ਨੇ ਮੀਟਿੰਗ ਦੇ ਵਿੱਚ ਇਸ ਤੇ ਹਾਮੀ ਭਰੀ ਹੈ। ਪੰਥਕ ਗਲਿਆਰਿਆਂ ਦੇ ਵਿੱਚ SGPC ਚੋਣਾਂ ਦੀ ਮੰਗ ਜ਼ੋਰ ਫੜਦੀ ਨਜ਼ਰ ਆ ਰਹੀ ਹੈ। MP ਸਿਮਰਨਜੀਤ ਸਿੰਘ ਮਾਨ ਨੇ ਜਿੱਥੇ ਜਲਦ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ, ਉੱਥੇ ਹੀ BJP ਤੇ RSS ਤੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਇਸੇ ਮੁੱਦੇ ਤੇ 15 ਤਾਰੀਖ ਨੂੰ ਹਰਮੰਦਰ ਸਾਹਿਬ ਦੇ ਵਿੱਚ ਵੱਡੀ ਕਾਨਫਰੰਸ ਕਰਨ ਦਾ ਵੀ ਐਲਾਨ ਕੀਤਾ ਹੈ। ਪੰਥਕ ਗਲਿਆਰਿਆਂ ਦੇ ਵਿੱਚ SGPC ਚੋਣਾਂ ਦਾ ਮੁੱਦਾ ਇੱਕ ਵਾਰ ਫਿਰ ਗੂੰਜ ਉੱਠਿਆ। ਸੰਗਰੂਰ ਤੋਂ MP ਸਿਮਰਨਜੀਤ ਸਿੰਘ ਮਾਨ ਅੰਮ੍ਰਿਤਸਰ ਪਹੁੰਚੇ ਤੇ ਖੁਦ ਮੀਡੀਆ ਦੇ ਮੁਖਾਤਿਬ ਹੋਏ। ਮਾਨ ਨੇ ਨਾ ਸਿਰਫ ਜਲਦ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ, ਨਾਲੇ ਗੰਭੀਰ ਇਲਜ਼ਾਮ ਲਗਾ ਦਿੱਤੇ। ਸਿਮਰਨਜੀਤ ਮਾਨ ਨੇ ਕਿਹਾ ਕਿ SGPC ਚੋਣਾਂ ਨਾ ਹੋਣ ਦੇ ਪਿੱਛੇ RSS ਤੇ BJP ਦਾ ਹੱਥ ਹੈ। ਨਾ ਹਿੰਦੂ ਬੋਲਦਾ, ਨਾ ਮੁਸਲਮਾਨ ਬੋਲਦਾ, ਨਾ ਸਿੱਖ ਬੋਲਦਾ। ਜਮਹੂਰੀਅਤ ਤਾਂ ਸਾਰਿਆਂ ਦੀ ਸਾਂਝੀ ਚੀਜ਼ ਹੈ, ਕੋਈ ਵੀ ਨਹੀਂ ਬੋਲ ਰਿਹਾ ਇਹਦੇ ਉੱਤੇ। ਇਹੀ ਸਵਾਲ ਤਾਂ ਮੈਂ ਤੁਹਾਡੇ ਕੋਲ ਕਰ ਰਿਹਾ ਕਿ ਕੀ ਸਮਝਦੇ ਹੋ ਕੌਣ ਹੈ ਪਿੱਛੇ ਇਹਦੇ ਪਿੱਛੇ ਹੈਗੇ ਹੈ ਜਿਹੜੀ ਕੱਟੜਵਾਦੀ BJP RSS ਤੇ ਹਿੰਦੂਤਵਾ ਸਾਰਿਆਂ ਦੇ ਦਿਮਾਗ ਤੇ ਚੜੀ ਹੋਈ ਹੈ। ਇਸ ਦੌਰਾਨ MP ਮਾਨ ਨੇ 15 ਤਰੀਕ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਵੱਡੀ ਕਾਨਫਰੰਸ ਕਰਨ ਦਾ ਵੀ ਐਲਾਨ ਕਰ ਦਿੱਤਾ। ਮਾਨ ਨੇ ਕਿਹਾ ਕਿ ਜਮਹੂਰੀਅਤ ਦਿਵਸ ਮੌਕੇ 15 ਤਰੀਕ ਨੂੰ ਉਹਨਾਂ ਦੀ ਪਾਰਟੀ UN ਹੈੱਡਕੁਆਟਰ ਤੇ ਵੀ ਮੁਜ਼ਾਹਰਾ ਕਰੇਗੀ। 15 ਸਤੰਬਰ ਨੂੰ ਦੁਨੀਆ ਦੇ ਵਿੱਚ UN ਜਮਹੂਰੀਅਤ ਦਿਵਸ ਰੱਖ ਕੇ ਜਮਹੂਰੀਅਤ ਦਿਨ ਮਨਾ ਰਿਹਾ ਹੈ ਤੇ ਸਾਡੀ ਪਾਰਟੀ 15 ਤਰੀਕ ਨੂੰ ਦਰਬਾਰ ਸਾਹਿਬ ਦੇ ਅੱਗੇ ਇੱਕ ਵੱਡੀ ਕਾਨਫਰੰਸ ਕਰ ਰਹੀ ਹੈ ਕਿ ਸਾਡੀ ਸਿੱਖਾਂ ਦੀ ਜਿਹੜੀ ਜਮਹੂਰੀਅਤ ਹੈ, ਜਿਹੜਾ ਅੰਗਰੇਜ਼ਾਂ ਨੇ ਬਿੱਲ ਪਾਸ ਕੀਤਾ ਸੀ 1925 ਦੇ ਵਿੱਚ ਤੇ ਸਾਡੀ SGPC ਸ਼੍ਰੋਮਣੀ ਗੁਰਦੁਆਰਾ ਕਮੇਟੀ ਸਥਾਪਿਤ ਹੋਈ ਸੀਗੀ, ਜਦ ਕਿ ਏਸ਼ੀਆ ਦੇ ਵਿੱਚ 1925 ਦੇ ਵਿੱਚ ਕੋਈ ਵੀ ਪਾਰਲੀਮੈਂਟ ਹੈ ਨਹੀਂ ਸੀ, ਕੋਈ ਜਮਹੂਰੀਅਤ ਨਹੀਂ ਸੀ। ਜ਼ਿਕਰਯੋਗ ਹੈ ਕਿ ਸਾਲ 2011 ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਸਨ ਤੇ ਕਰੀਬ 11 ਸਾਲ ਬੀਤਣ ਦੇ ਬਾਵਜੂਦ ਚੋਣਾਂ ਦਾ ਕੰਮ ਲਟਕਿਆ ਹੋਇਆ ਹੈ ਤੇ ਹੁਣ SGPC ਚੋਣਾਂ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ। ਇਸੇ ਕਾਨਫਰੰਸ ਦੇ ਦੌਰਾਨ MP ਮਾਨ ਨੂੰ ਇੱਕ ਫੋਨ ਦੀ ਘੰਟੀ ਨੇ ਅੱਗ ਬਬੂਲਾ ਕਰ ਦਿੱਤਾ। ਸਾਥੀ ਦੀ ਕਮੀਜ਼ ਦੇ ਖੁੱਲੇ ਬਟਨਾਂ ਨੇ MP ਸਾਹਿਬ ਦਾ ਪਾਰਾ ਵਧਾ ਦਿੱਤਾ ਤੇ ਸਮਰਥਕ ਨੂੰ ਧੱਕਾ ਮਾਰਦੇ ਹੋਏ ਗੈਟ ਆਊਟ ਤੱਕ ਕਹਿ ਦਿੱਤਾ। चलो गेट आउट, चलो पीछे, चलो उधर, चलो उधर। ਇਹਨੇ ਸੰਗਰੂਰ ਤੋਂ MP ਸਿਮਰਨਜੀਤ ਸਿੰਘ ਮਾਨ। ਵੈਸੇ ਤਾਂ ਨਿਮਰਤਾ ਹਲੀਮੀ ਸਿਆਸਤਦਾਨ ਦੇ ਲਈ ਸਭ ਤੋਂ ਜ਼ਰੂਰੀ ਹੁੰਦੀ ਹੈ, ਪਰ ਨਾਲ ਦੇ ਸਮਰਥਕ ਦੇ ਫੋਨ ਦੀ ਘੰਟੀ ਕੀ ਵੱਜੀ ਮਾਨ ਸਾਹਿਬ ਤਾਂ ਆਪਾ ਖੋ ਗਏ। चलो गेट आउट। ਗੁੱਸੇ 'ਚ ਅੱਗ ਬਬੂਲਾ ਹੋ ਗਏ। ਦਰਅਸਲ ਜਗ੍ਹਾ ਸੀ ਅੰਮ੍ਰਿਤਸਰ ਤੇ ਮੌਕਾ ਸੀ ਪ੍ਰੈਸ ਕਾਨਫਰੰਸ ਦਾ। ਤੇ ਜਦੋਂ MP ਮਾਨ ਮੀਡੀਆ ਦੇ ਮੁਖਾਤਿਬ ਹੋ ਰਹੇ ਸਨ
ਤਾਂ ਇਸੇ ਦੌਰਾਨ ਨਾਲ ਖੜੇ ਸਮਰਥਕ ਦੇ ਫੋਨ ਦੀ ਘੰਟੀ ਵੱਜ ਗਈ। ਇੱਕ ਸਮਰਥਕ ਦੀ ਕਮੀਜ਼ ਦੇ ਬਟਨ ਖੁੱਲੇ ਨਜ਼ਰ ਆ ਗਏ। ਬਸ ਫਿਰ ਕੀ ਸੀ, MP ਸਾਹਿਬ ਦਾ ਗੁੱਸਾ 7ਵੇਂ ਆਸਮਾਨ ਤੇ ਪਹੁੰਚ ਗਿਆ। ਪਹਿਲਾਂ ਆਪਣੇ ਸਮਰਥਕ ਨੂੰ ਗੈਟ ਆਊਟ ਕਿਹਾ, ਧੱਕਾ ਮਾਰਿਆ ਤੇ PC ਤੋਂ ਪਾਸੇ ਕਰ ਦਿੱਤਾ। ਇਹਨਾਂ ਨੇ ਕਿੰਨੇ ਧਿਆਨ ਨਾਲ ਉਹ ਬੋਲ ਰਹੇ ਨੇ, ਤੂੰ ਵੀ ਬਟਨ ਬੰਦ ਕਰ। ਚਲੋ ਗੈਟ ਆਊਟ, ਚਲੋ ਪਿੱਛੇ, ਚਲੋ ਉਧਰ, ਚਲੋ ਉਧਰ। ਹਾਲਾਂਕਿ ਜਦੋਂ ਮਾਨ ਸਾਹਿਬ ਨੂੰ ਪਤਾ ਲੱਗਿਆ ਕਿ ਮੀਡੀਆ ਦੀ ਅੱਖ ਦੀ ਨਜ਼ਰ ਮੇਰੇ ਤੇ ਪੈ ਰਹੀ ਹੈ, ਸਭ ਕੁਝ ਕੈਮਰੇ ਦੇ ਵਿੱਚ ਕੈਦ ਹੋ ਗਿਆ, ਤਾਂ MP ਸਾਹਿਬ ਨੂੰ ਥੋੜਾ ਮਹਿਸੂਸ ਵੀ ਹੋਇਆ ਤੇ ਫਿਰ ਫੋਨ ਦਾ ਤਰਕ ਦਿੰਦਿਆਂ ਮਾਫੀ ਵੀ ਮੰਗੀ। ਮਾਫ ਕਰਨਾ ਜੀ, ਇਹ ਤਾਂ ਬਹੁਤ ਬਦਤਮੀਜ਼ੀ ਹੈ ਸਾਡੇ ਵੱਲੋਂ ਵੀ, ਕਿਸੇ ਵੱਲੋਂ ਵੀ, ਕਿ ਜੇ ਪ੍ਰੈਸ ਕਾਨਫਰੰਸ ਹੁੰਦੀ ਹੋਵੇ ਤਾਂ ਵਿੱਚ ਇਹ ਟੈਲੀਫੋਨ ਵੱਜ ਜਾਣ। ਹਾਲਾਂਕਿ ਜਦੋਂ ਮਾਨ ਸਾਹਿਬ ਦਾ ਗੁੱਸਾ ਸ਼ਾਂਤ ਹੋਇਆ ਤਾਂ ਜ਼ੁਬਾਨ ਤੇ ਮਾਫੀ ਵਾਲੇ ਸ਼ਬਦ ਵੀ ਆ ਗਏ, ਪਰ ਜਦੋਂ ਇੱਕ ਚੁਣਿਆ ਹੋਇਆ ਨੁਮਾਇੰਦਾ PC ਕਰਨ ਬੈਠਾ ਹੋਵੇ ਤੇ ਸਾਰੇ ਕੈਮਰਿਆਂ ਦੀ ਨਜ਼ਰ MP ਤੇ ਹੋਵੇ ਤਾਂ ਇਸ ਤਰ੍ਹਾਂ ਦੀ ਗਰਮਾ ਗਰਮੀ ਹੋ ਜਾਵੇ, ਫਿਰ ਸਵਾਲ ਤਾਂ ਜ਼ਰੂਰ ਖੜੇ ਹੁੰਦੇ ਨੇ। ਚਲੋ ਉਧਰ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ। ਦੇਸ਼ ਭਰ ਦੇ ਵਿੱਚ ਫੈਲੇ ਗੈਂਗਸਟਰਾਂ ਦੇ ਨੈਟਵਰਕ ਤੋਂ ਹੌਲੀ-ਹੌਲੀ ਪਰਦਾ ਉੱਠਣ ਲੱਗਿਆ ਹੈ। NIA ਦੀ ਰੇਡ ਤੋਂ ਬਾਅਦ ਗੈਂਗਸਟਰ ਨੈਟਵਰਕ ਦੀ ਤਸਵੀਰ ਸਾਫ਼ ਹੋ ਰਹੀ ਹੈ ਤੇ ਖੁਲਾਸਾ ਹੋਇਆ ਕਿ ਗੈਂਗਸਟਰਾਂ ਦਾ ਇਹ ਜਾਲ ਇੱਕ ਨਹੀਂ ਸਗੋਂ ਕਈ ਸੂਬਿਆਂ 'ਚ ਫੈਲਿਆ ਹੋਇਆ ਹੈ। ਲਾਰੈਂਸ ਬਿਸ਼ਨੋਈ, ਦਵਿੰਦਰ ਬੰਬੀਹਾ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਇਹ ਉਹ ਨਾਮ ਨੇ ਜਿਹੜੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਚਰਚਾ 'ਚ ਨੇ। ਪੁਲਿਸ ਲਗਾਤਾਰ ਗੈਂਗਸਟਰਾਂ ਦੇ ਪਿੱਛੇ ਹੈ। ਮਾਮਲੇ 'ਚ NIA ਦੀ ਐਂਟਰੀ ਵੀ ਹੋ ਚੁੱਕੀ ਹੈ ਅਤੇ ਸੋਮਵਾਰ ਨੂੰ ਗੈਂਗਸਟਰਾਂ ਦੇ 50 ਤੋਂ ਵੱਧ ਠਿਕਾਣਿਆਂ ਤੇ NIA ਨੇ ਰੇਡ ਕੀਤੀ ਹੈ। NIA ਦੀ ਇਸ ਰੇਡ ਨੇ ਕਈ ਪਰਤਾਂ ਖੋਲ ਦਿੱਤੀਆਂ ਨੇ। ਪਰਤਾਂ ਗੈਂਗਸਟਰ ਨੈਟਵਰਕ ਦੀਆਂ ਨੇ ਅਤੇ ਵੱਖ-ਵੱਖ ਸੂਬਿਆਂ 'ਚ ਬੈਠੇ ਗੈਂਗਸਟਰਾਂ ਦੀਆਂ ਨੇ। ਇਸ 'ਚ ਇੱਕ ਪਾਸੇ ਲਾਰੈਂਸ ਧੜਾ ਹੈ ਅਤੇ ਦੂਜੇ ਪਾਸੇ ਬੰਬੀਹਾ ਧੜਾ। ਲਾਰੈਂਸ ਬਿਸ਼ਨੋਈ ਗੈਂਗ 'ਚ ਨੇ ਸੰਦੀਪ ਕਾਲਾ ਜਠੇੜੀ, ਜਤਿੰਦਰ ਗੋਗੀ, ਸੂਬੇ ਗੁੱਜਰ ਅਤੇ ਅਨੁਰਾਧਾ ਚੌਧਰੀ, ਜਦਕਿ ਦਵਿੰਦਰ ਬੰਬੀਹਾ ਜੋ ਕਿ ਐਨਕਾਊਂਟਰ ਵਿੱਚ ਮਾਰਿਆ ਗਿਆ ਸੀ, ਉਸ ਦੇ ਗੈਂਗ ਨੂੰ ਚਲਾ ਰਹੇ ਨੇ ਨੀਰਜ ਸ਼੍ਰੀਵਾਸਤਵ ਉਰਫ ਨੀਰਜ ਭਵਾਨਾ, ਸੁਨੀਲ ਢਿੱਲੂ ਤਾਜਪੁਰੀਆ, ਸੰਦੀਪ ਢਿੱਲੂ ਅਤੇ ਕੌਸ਼ਲ ਗੁੜਗਾਉਂ। ਲਾਰੈਂਸ ਵਰਸਸ ਬੰਬੀਹਾ ਗਰੁੱਪ। ਲਾਰੈਂਸ ਗਰੁੱਪ ਤੇ ਜਿਹੜੇ ਗੁਰਗੇ ਨੇ, ਖਾਸ ਕਰ ਲਾਰੈਂਸ ਦੇ ਜਿਹੜੇ ਸੰਪਤ ਨਹਿਰਾ ਦੀ ਅਸੀਂ ਗੱਲ ਕਰ ਰਹੇ ਹਾਂ, ਕਾਲਾ ਜਠੇੜੀ ਦੀ ਅਸੀਂ ਗੱਲ ਕਰ ਲਈਏ, ਜੱਗੂ ਭਗਵਾਨਪੁਰੀ ਦੀ ਅਸੀਂ ਗੱਲ ਕਰ ਲਈਏ, ਇਹ ਜਿਹੜਾ ਗਰੁੱਪ ਹੈ, ਹੁਣ ਦੂਜਾ ਜਿਹੜਾ ਗਰੁੱਪ ਹੈ, ਇਹਨੂੰ ਚਲਾ ਕੌਣ ਰਿਹਾ? ਬੰਬੀਹਾ ਗਰੁੱਪ ਨੂੰ ਲੱਕੀ ਪਟਿਆਲ, ਅਰਮੀਨੀਆ 'ਚ ਬਹਿ ਕੇ ਲੱਕੀ ਪਟਿਆਲ ਇਹਨੂੰ ਪੂਰੇ ਗਰੁੱਪ ਨੂੰ ਕੋਆਪਰੇਟ ਕਰ ਰਿਹਾ, ਜਿਹਦੇ ਵਿੱਚ ਕੌਸ਼ਲ ਚੌਧਰੀ, ਨੀਰਜ ਭਵਾਨਾ, ਢਿੱਲੂ, ਇਹ ਕਈ ਜਿਹੜੇ ਹੈਗੇ ਆਪਸ 'ਚ ਹੁਣ ਭਿੜਦੇ ਨਜ਼ਰ ਆ ਰਹੇ ਨੇ। ਆਪਸ 'ਚ ਇੱਕ ਦੂਜੇ ਤੋਂ ਖੁੰਦਕ ਵਰਚਸਵ ਦੀ ਲੜਾਈ, ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ, ਇੱਕ ਵਰਚਸਵ ਦੀ ਜਿਹੜੀ ਲੜਾਈ ਹੈ ਉਹ ਲੜਦੇ ਨਜ਼ਰ ਆ ਰਹੇ ਨੇ। ਰੇਡ ਦੌਰਾਨ NIA ਨੇ ਗੈਂਗਸਟਰਾਂ ਦੇ ਟਿਕਾਣਿਆਂ ਤੋਂ ਡਰੱਗ, ਪੈਸਾ, ਕਈ ਤਰ੍ਹਾਂ ਦੇ ਡਾਕੂਮੈਂਟ ਅਤੇ ਬੇਨਾਮੀ ਪ੍ਰਾਪਰਟੀ ਦੇ ਕਾਗਜ਼ਾਤ ਬਰਾਮਦ ਕੀਤੇ ਨੇ, ਜਿਸ ਤੋਂ ਬਾਅਦ ਹੁਣ ਇਸ ਮਾਮਲੇ 'ਚ ED ਦੀ ਸ਼ਮੂਲੀਅਤ ਦਾ ਖਦਸ਼ਾ ਵੀ जताया जाने लगा है। इस मामले में जानकारी ये भी बताते हैं कि आने वाले वक्त में इस मामले में केंद्रीय जांच एजेंसी प्रवर्तन निदेशालय यानी कि ED की भी भूमिका यहां पर सामने आ रही है और हो सकता है कि जिस तरह से NIA ने इस मामले में कई गैंगस्टर के खिलाफ और उसके तमाम संपत्तियों, अवैध संपत्तियों के खिलाफ तमाम जानकारियों को इकट्ठा किया है, तो उसी के आधार पर ED भी उस केस को टेक ओवर कर सकती है और मनी लॉन्ड्रिंग एक्ट के तहत जब इस मामले को आगे तफ्तीश किया जाएगा, जांचा जाएगा, परखा जाएगा, तो उन तमाम गैंगस्टर और आतंकी संगठनों के साथ में संपर्क रखने वाले आरोपियों के खिलाफ उसकी संपत्ति को भी जब्त यानी कि कुर्क किया जा सकता है। ਦੱਸੀਏ ਕਿ NIA ਨੇ ਸੋਮਵਾਰ ਨੂੰ ਪੰਜਾਬ ਸਣੇ ਹਰਿਆਣਾ, ਰਾਜਸਥਾਨ ਅਤੇ ਦਿੱਲੀ 'ਚ ਗੈਂਗਸਟਰਾਂ ਦੇ 50 ਤੋਂ ਵੱਧ ਟਿਕਾਣਿਆਂ ਨੂੰ ਖੰਗਾਲਿਆ ਸੀ। ਪੰਜਾਬ 'ਚ ਰੇਡ ਕਰਦਿਆਂ ਕੇਂਦਰੀ ਏਜੰਸੀ ਲਾਰੈਂਸ, ਜੱਗੂ ਭਗਵਾਨਪੁਰੀਆ, ਬੰਬੀਹਾ ਅਤੇ ਕੌਸ਼ਲ ਗੈਂਗ ਦੇ ਟਿਕਾਣਿਆਂ ਤੇ ਪਹੁੰਚੀ ਸੀ। ਚੰਡੀਗੜ੍ਹ ਤੋਂ ਮਨੋਜ ਰਾਠੀ ਅਤੇ ਦਿੱਲੀ ਤੋਂ ਸ਼ੰਕਰ ਆਨੰਦ, ਨਿਊਜ਼ 18 ਪੰਜਾਬ। खतरनाक गैंगस्टर अनमोलदीप सोनी पुलिस के हत्थे चढ़िया है। पंजाब पुलिस ने गैंगस्टर सोनी नूं उसकी गर्लफ्रेंड के फ्लैट तो गिरफ्तार किया है। गैंगस्टर सोनी अतवादी लखबीर लंडा का खास गुरगा दस्या जा रहा है।
ਪੰਜਾਬ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਨੇ ਖਰੜ ਤੋਂ ਅਨਮੋਲਦੀਪ ਸੋਨੀ ਨਾਂ ਦੇ ਇੱਕ ਖਤਰਨਾਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਸੋਨੀ ਕੈਨੇਡਾ ਬੈਠੇ ਅੱਤਵਾਦੀ ਲਖਵੀਰ ਸਿੰਘ ਲੰਡਾ ਦਾ ਕਰੀਬੀ ਸਾਥੀ ਹੈ। ਪੁਲਿਸ ਨੇ ਗੈਂਗਸਟਰ ਸੋਨੀ ਨੂੰ ਮੰਗਲਵਾਰ ਸਵੇਰੇ ਖਰੜ ਦੀ ਇੱਕ ਸੁਸਾਇਟੀ ਤੋਂ ਗ੍ਰਿਫਤਾਰ ਕੀਤਾ, ਜਦੋਂ ਉਹ ਆਪਣੀ ਪ੍ਰੇਮਿਕਾ ਦੇ ਫਲੈਟ 'ਚ ਲੁਕਿਆ ਹੋਇਆ ਸੀ। ਪੁਲਿਸ ਨੇ ਉਸ ਦੀ ਮਹਿਲਾ ਦੋਸਤ ਨੂੰ ਵੀ ਹਿਰਾਸਤ 'ਚ ਲਿਆ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸਟੇਟਸ ਆਪਰੇਸ਼ਨ ਸੈੱਲ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ, ਜਿਹਦੇ ਵਿੱਚ ਜਿਹੜਾ ਇਹ ਅਨਮੋਲਦੀਪ ਹੈ, ਅਨਮੋਲਦੀਪ ਇਹਨੂੰ ਜਿਹੜਾ ਹੈਗਾ ਅਰੈਸਟ ਕੀਤਾ ਖਰੜ ਤੋਂ, ਤੇ ਸਟੇਟਸ ਆਪਰੇਸ਼ਨ ਸੈੱਲ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਲਖਬੀਰ ਸਿੰਘ ਲੰਡਾ ਦਾ ਇਹ ਐਸੋਸੀਏਟਸ ਹੈ, ਜੋ ਕਿ ਹੁਣ ਪੁਲਿਸ ਦੀ ਗ੍ਰਿਫਤ ਹੈ। ਪੁਲਿਸ ਦੇ ਧੱਕੇ ਚੜਿਆ ਦੀਪ ਸੋਨੀ ਅੱਤਵਾਦੀ ਲੰਡਾ ਦੇ ਕਹਿਣ ਤੇ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕਰਦਾ ਸੀ। ਗ੍ਰਿਫਤਾਰੀ ਸਮੇਂ ਪੁਲਿਸ ਨੂੰ ਉਸ ਕੋਲੋਂ 103 ਗ੍ਰਾਮ ਚਿੱਟਾ ਵੀ ਬਰਾਮਦ ਹੋਇਆ ਹੈ ਅਤੇ ਇਸੇ ਮਾਮਲੇ 'ਚ ਪੁਲਿਸ ਨੇ ਹੁਣ ਇਸ ਨੂੰ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਹੈ। ਦੱਸਿਆ ਜਾ ਰਿਹਾ ਕਿ ਅਨਮੋਲਦੀਪ ਹੈ ਜਿਹਨੂੰ ਅਰੈਸਟ ਕੀਤਾ ਹੈ, ਤੇ ਲਖਬੀਰ ਸਿੰਘ ਲੰਡਾ ਜਿਹੜਾ ਵਿਦੇਸ਼ 'ਚ ਬਹਿ ਕੇ ਸਾਰੀ ਜਿਹੜੀ ਹੈ ਕੰਸਾਈਨਮੈਂਟ ਜਿਹੜੀ ਹੈ ਸਾਰੀ ਕੰਸਾਈਨਮੈਂਟ ਇਹੀ ਸਪਲਾਈ ਕਰਦਾ ਹੈ। ਜਿਹੜੀ ਹੁਣ ਤੱਕ ਦੀ ਜਾਣਕਾਰੀ ਮਿਲੀ, ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਹੈ, ਖਰੜ ਤੋਂ ਇਹਨੂੰ ਅਰੈਸਟ ਕੀਤਾ ਹੈ, ਤੇ ਜਿੰਨੀ ਵੀ ਲਖਬੀਰ ਸਿੰਘ ਲੰਡਾ ਦੀ ਜਿਹੜੀ ਵੀ ਕੰਸਾਈਨਮੈਂਟ ਹੁੰਦੀ ਸੀ ਉਹ ਇਹ ਸਾਰੀ ਸਪਲਾਈ ਕਰਦਾ ਸੀਗਾ। ਇਸ ਦੇ ਕੋਲੋਂ ਹੀਰੋਇਨ ਵੀ ਰਿਕਵਰ ਹੋਈ ਹੈ ਤੇ ਹੋਰ ਅਸਲਾ ਰਿਕਵਰ ਕਰਨ ਵਾਸਤੇ ਵੀ ਅਰੀਕੇ ਤਰਨਤਾਰਨ ਜਿੱਥੇ ਦਾ ਇਹ ਰਹਿਣ ਵਾਲਾ ਹੈ ਉੱਥੇ ਵੀ ਹੁਣ ਪੁਲਿਸ ਪਹੁੰਚੇਗੀ। ਤਾਂ ਰਿਮਾਂਡ ਲੈਣ ਵਾਸਤੇ ਇੱਥੇ ਪੁਲਿਸ ਜਿਹੜੀ ਹੈ ਉਹ ਪਹੁੰਚੀ ਹੈ। ਦੱਸਿਏ ਕਿ ਅੱਤਵਾਦੀ ਲਖਵੀਰ ਲੰਡਾ ਮੋਹਾਲੀ 'ਚ ਹੋਏ ਆਰਪੀਜੀ ਅਟੈਕ ਦਾ ਮਾਸਟਰਮਾਈਂਡ ਹੈ ਅਤੇ ਪੁਲਿਸ ਨੂੰ ਦੀਪ ਸੋਨੀ ਤੋਂ ਆਰਪੀਜੀ ਅਟੈਕ ਸੰਬੰਧੀ ਵੱਡੇ ਖੁਲਾਸਿਆਂ ਦੀ ਉਮੀਦ ਹੈ। ਦੱਸਿਏ ਕਿ ਗੈਂਗਸਟਰ ਅਨਮੋਲਦੀਪ ਸੋਨੀ ਤਰਨਤਾਰਨ ਦੇ ਹਰੀਕੇ ਦਾ ਰਹਿਣ ਵਾਲਾ ਹੈ ਅਤੇ ਪੁਲਿਸ ਹੁਣ ਉਸ ਦੇ ਘਰ ਨੂੰ ਵੀ ਖੰਗਾਲਣ ਦੀ ਤਿਆਰੀ ਕਰ ਰਹੀ ਹੈ। ਚੰਡੀਗੜ੍ਹ ਤੋਂ ਮਨੋਜ ਰਾਠੀ, ਨਿਊਜ਼ 18 ਪੰਜਾਬ।